ਜਿਸ ਦੀ ਇੱਛਾ। ਅੱਜ ਪੰਜਵਾਂ ਸ਼ਬਦ, ਜਿਸ ਦੀ ਵਿਚਾਰ। ਹਾਂਜੀ, ਅੱਜ ਭੂਮਿਕਾ ਲਈ, ਵਿਸਤਾਰ ਲਈ ਸਮਾਂ ਬਹੁਤਾ ਨਹੀਂ। ਪੰਜਵਾਂ ਸ਼ਬਦ, ਜਿਹਨੂੰ ਸਤਿਗੁਰੂ ਜੀ ਅਸ਼ਟਪਦੀ ਕਰਕੇ ਲਿਖਦੇ ਨੇ। ਅਸ਼ਟਪਦੀ ਦਾ ਮਤਲਬ 8 ਸ਼ਬਦ ਜਾਂ 8 ਪਦੇ। ਹਰ ਅਸ਼ਟਪਦੀ ਵਿੱਚ 8 ਸ਼ਬਦ ਨੇ, 8 ਪਦੇ ਨੇ, ਇਸ ਲਈ ਇਹਨੂੰ ਅਸ਼ਟਪਦੀ ਕਿਹਾ ਜਾਂਦਾ ਹੈ। ਅਸ਼ਟ ਮਾਨੇ 8, ਪਦੀ ਮਾਨੇ 8 ਪਦਿਆਂ ਵਾਲੀ ਇਹ ਬਾਣੀ ਅਸ਼ਟਪਦੀ। ਹਾਂਜੀ, ਪੰਜਵਾਂ ਸ਼ਬਦ ਸਰਵਣ ਕਰਾਉਣਾ ਕਰੋ ਜੀ। ਪ੍ਰਭ ਕੋ ਸਿਮਰਹਿ ਸੇ ਤਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ, ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਬਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਹਾਂਜੀ, ਇਹ ਸਤਿਗੁਰੂ ਜੀ ਨੇ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੌੜੀ ਸੁਖਮਨੀ ਮਹੱਲਾ ਪੰਜਵਾਂ ਵਿੱਚ ਪਹਿਲੀ ਅਸ਼ਟਪਦੀ ਵਿੱਚ ਇਹ ਪੰਜਵਾਂ ਸ਼ਬਦ ਉਚਾਰਨ ਕੀਤਾ ਹੈ। ਇੱਕ ਇੱਕ ਤੁਕ ਨੂੰ ਲੈ ਕੇ ਵਿਚਾਰ। ਹਾਂਜੀ, ਪ੍ਰਭ ਕੋ ਸਿਮਰਹਿ ਸੇ ਤਨਵੰਤੇ, ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ, ਮਹਾਰਾਜ ਕਹਿੰਦੇ ਉਹੀ ਧਨਵਾਨ ਨੇ। ਮਹਾਰਾਜ ਕਹਿੰਦੇ ਮੇਰੀ ਦ੍ਰਿਸ਼ਟੀ ਵਿੱਚ ਧਨਵਾਨ ਹੀ ਉਹ ਹੈ। ਇੱਕ ਜਗ੍ਹਾ ਵੈਸੇ ਗੁਰਮਤਿ ਵਿੱਚ ਤੇ ਗੁਰੂ ਨਾਨਕ ਪਾਤਸ਼ਾਹ ਦੀ ਦ੍ਰਿਸ਼ਟੀ ਵਿੱਚ, ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚ, ਧਨਵਾਨ ਕੇਵਲ ਉਹੀ ਹੈ ਜਿਹਦੇ ਕੋਲ ਆਨੰਦ ਦਾ ਧਨ ਹੈ, ਸ਼ਾਂਤੀ ਦਾ ਧਨ ਹੈ। ਉਹੀ ਧਨਵਾਨ ਹੈ। ਤੇ ਜਿਹਦੇ ਕੋਲ ਨਾਮ ਦਾ ਧਨ, ਉਹੀ ਧਨਵਾਨ ਹੈ। ਜਿਹਦੇ ਕੋਲ ਆਨੰਦ ਹੈ, ਜਿਹਦੇ ਕੋਲ ਨਾਮ ਹੈ, ਉਹੀ ਧਨਵਾਨ ਹੈ। ਮਹਾਰਾਜ ਉਸ ਨੂੰ ਧਨਵਾਨ ਨਹੀਂ ਕਹਿੰਦੇ ਜਿਹਨੂੰ ਦੁਨੀਆ ਧਨਵਾਨ ਕਹਿੰਦੀ ਹੈ। ਦੁਨੀਆ ਉਹਨੂੰ ਧਨਵਾਨ ਕਹਿੰਦੀ ਜਿਹਦੇ ਕੋਲ ਤਿਜੋੜੀਆਂ ਭਰੀਆਂ ਹੋਈਆਂ ਨੇ ਪੈਸਿਆਂ ਦੀਆਂ, ਚਾਂਦੀ ਦੀਆਂ, ਸੋਨੇ ਦੀਆਂ, ਹੀਰਿਆਂ ਦੀਆਂ, ਜਿਹਦੇ ਕੋਲ ਕਾਰਾਂ, ਕੋਠੀਆਂ, ਜਾਇਦਾਦ, ਜ਼ਮੀਨਾਂ, ਪਲਾਟ, ਬੰਗਲੇ ਇਹ ਨੇ, ਇਹਨੂੰ ਧਨਵਾਨ ਕਹਿੰਦੇ। ਗੁਰੂ ਸਾਹਿਬ ਕਹਿੰਦੇ ਨਹੀਂ, ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਜਿਨ੍ਹਾਂ ਦੇ ਪੱਲੇ ਧਨ ਵਸਦਾ, ਇਹ ਤਿਜੋਰੀ ਦਾ ਧਨ, ਬੈਲੈਂਸ ਦਾ ਧਨ, ਬੈਂਕ ਬੈਲੈਂਸ ਹੈ, ਇੰਨੇ ਲੱਖ ਹੈ, ਇੰਨੇ ਕਰੋੜਾਂ, ਹਜ਼ਾਰਾਂ ਕਰੋੜਾਂ ਨੇ। ਮਹਾਰਾਜ ਕਹਿੰਦੇ ਨੇ ਜਿਨ ਕੈ ਪੱਲੇ ਧਨ ਵਸੈ, ਦੁਨੀਆ ਦੀ ਦ੍ਰਿਸ਼ਟੀ ਵਿੱਚ ਜਿਨ੍ਹਾਂ ਦੀ ਗੰਢੜੀ ਵਿੱਚ ਬੜਾ ਧਨ ਹੈ, ਤਿਨ ਕਾ ਨਾਉ ਫਕੀਰ। ਮਹਾਰਾਜ ਕਹਿੰਦੇ ਮੇਰੀ ਦ੍ਰਿਸ਼ਟੀ ਵਿੱਚ ਉਹ ਕੰਗਾਲ ਹੈ, ਉਹ ਕੰਗਾਲ ਹੈ। ਤੇ ਹੇ ਪਰਮੇਸ਼ਰ, ਜਿਨ ਕੈ ਹਿਰਦੈ ਤੂੰ ਵਸੈ, ਜਿਨ੍ਹਾਂ ਦੇ ਹਿਰਦੇ ਵਿੱਚ ਤੂੰ ਵਸਦਾ ਤੇ ਨਰ ਗੁਣੀ ਗਹੀਰ। तो महाराज ने एक जगह भाई मरदाना जी नूं ये दिखाया, क्योंकि वास्तविक रूप विच जिहड़े सानू बड़े धनी लगदे ने वो बड़े ही अंदरों खाली ने, जिहड़े बड़े लगदे ने अमीर ने वो बड़े गरीब ने। जिहड़ा बड़ा पैसे वाला, बड़ी जमीन जायदाद वाला, बहुत बार वेखोगे अंदरों खाली, उहदे कोल शांति नहीं है,
ਖਾਲੀ ਹੈ, ਅਸ਼ਾਂਤ ਹੈ। ਜਿਹੜਾ ਬੜਾ ਧਨਵਾਨ ਲੱਗਦਾ ਹੈ ਅੰਦਰੋਂ ਅਸ਼ਾਂਤ ਹੈ। ਉਹ ਕਲੈ ਕਲੇਸ਼ ਵਿੱਚ ਜੀ ਰਿਹਾ ਹੈ, ਦੁੱਖਾਂ ਵਿੱਚ ਜੀ ਰਿਹਾ ਹੈ। ਪਰਿਵਾਰ ਦੇ ਦੁੱਖ ਨੇ, ਸੰਸਾਰ ਦੇ ਦੁੱਖ ਨੇ, ਬਾਜ਼ਾਰ ਦੇ ਦੁੱਖ ਨੇ, ਵਪਾਰ ਦੇ ਦੁੱਖ ਨੇ, ਵਿਹਾਰ ਦੇ ਦੁੱਖ ਨੇ। ਦੁੱਖਾਂ ਵਿੱਚ ਘਿਰਿਆ ਹੋਇਆ ਬੰਦਾ ਕਿਵੇਂ ਧਨਵਾਨ ਕਹੋਗੇ? ਉਹਨੂੰ ਧਨੀ ਕਿਵੇਂ ਕਹੋਗੇ? ਜਿਹੜਾ ਬੰਦਾ ਸਵੇਰੇ ਉੱਠਦਿਆਂ ਰੋਂਦਾ ਹੈ, ਰਾਤ ਨੂੰ ਸੌਣ ਲੱਗਿਆਂ ਵੀ ਰੋਂਦਾ ਹੈ, ਦਿਨੇ ਵੀ ਰੋਂਦਾ ਹੈ, ਉਹਨੂੰ ਕਿਵੇਂ ਧਨੀ ਕਹੋਗੇ? ਬੰਗਲਿਆਂ ਵਿੱਚ ਬੈਠੇ ਲੋਕ ਰੋ ਰਹੇ ਨੇ। ਬੜੇ ਸੋਹਣੇ ਸਿੰਘਾਸਨ ਲੱਗੇ, ਕੋਈ ਸੇਠ ਬੈਠਾ, ਮਹਾਰਾਜ ਇਹ ਤਾਂ ਬੜਾ ਸੁਖੀ ਹੈ, ਬਹੁਤ ਸੁਖੀ ਹੈ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਮਰਦਾਨਿਆ ਤੇਰਾ ਭਰਮ ਦੂਰ ਕਰ ਦੇਈਏ, ਜਾ ਪੁੱਛ ਕੇ ਆ ਕਿ ਸੇਠ ਜੀ ਬੜੇ ਸੁਖੀ ਹੋ। ਮਰਦਾਨਾ ਜੀ ਨੇ ਪੁੱਛਿਆ, ਉਹ ਕਹਿੰਦਾ ਮੇਰੇ ਜਿੰਨਾ ਦੁਖੀ ਕੋਈ ਨਹੀਂ। ਮੇਰੇ ਬਾਹਰ ਦੇ ਸਿੰਘਾਸਨ ਨਾ ਵੇਖ, ਮੇਰੇ ਵਰਗਾ ਦੁਖੀ ਕੋਈ ਨਹੀਂ। ਮੇਰੇ ਅੰਦਰ ਨੂੰ ਵੇਖ। ਪਤਨੀ ਮੇਰੇ ਕਹਿਣੇ ਵਿੱਚ ਨਹੀਂ, ਪੁੱਤਰੀ ਮੇਰੇ ਕਹਿਣੇ ਵਿੱਚ ਨਹੀਂ, ਪੁੱਤਰ ਮੇਰੇ ਕਹਿਣੇ ਵਿੱਚ ਨਹੀਂ, ਘਰ ਵਿੱਚ ਦੇਹ ਸਰੀਰ ਕਿਸੇ ਦਾ ਠੀਕ ਨਹੀਂ, ਸਾਰੇ ਹੀ ਬਿਮਾਰ ਨੇ। ਤੋ ਮੈਂ ਬੜਾ ਦੁਖੀ ਹਾਂ, ਬਹੁਤ ਦੁਖੀ ਹਾਂ। ਮਰਦਾਨਾ ਜੀ ਨੇ ਆ ਕੇ ਮੱਥਾ ਟੇਕਿਆ, ਮਹਾਰਾਜ ਸੱਚ ਕਹਿ ਰਹੇ ਹੋ। ਤੋ ਇਸ ਲਈ ਸਤਿਗੁਰਾਂ ਦੀ ਨਜ਼ਰ ਵਿੱਚ ਜਾਂ ਰੂਹਾਨੀਅਤ ਦੀ ਨਜ਼ਰ ਵਿੱਚ ਜਾਂ ਸੱਚ ਦੀ ਨਜ਼ਰ ਵਿੱਚ ਧਨਵਾਨ ਕੌਣ ਹੈ? ਪ੍ਰਭ ਕਉ ਸਿਮਰੈ ਸੇ ਧਨਵੰਤੇ। ਜੋ ਸੁਖਮਨੀ ਸਾਹਿਬ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਨੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ। ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹੀ ਵੱਡੀ ਤੋਂ ਵੱਡੀ ਇੱਜ਼ਤ ਵਾਲੇ ਨੇ, ਪੱਤ ਵਾਲੇ ਨੇ। ਲੋਕੀ ਕਹਿੰਦੇ ਮੇਰੀ ਇੱਜ਼ਤ ਹੈ, ਮੇਰੀ ਆਬਰੂ ਹੈ, ਪਰ ਮਹਾਰਾਜ ਕਹਿੰਦੇ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ, ਮੇਰੀ ਨਜ਼ਰ ਵਿੱਚ ਉਹਨਾਂ ਦੀ ਪੱਤ ਇੱਜ਼ਤ ਵੱਡੀ ਹੈ। ਹਾਂਜੀ, ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ। ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹ ਜਨ ਦਰਗਾਹ ਵਿੱਚ ਪ੍ਰਵਾਨ ਹੁੰਦੇ ਨੇ। ਜਿਹੜੇ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦੇ ਉਹ ਦਰਗਾਹ ਵਿੱਚ ਪ੍ਰਵਾਨ ਨਹੀਂ ਹੋ ਸਕਦਾ। ਜਿਹੜਾ ਸਿਮਰਨ ਕਰਦਾ, ਸਿਮਰਨ ਨਾਲ ਜੁੜ ਗਿਆ, ਉਹ ਪ੍ਰਭੂ ਦੀ ਦਰਗਾਹ ਵਿੱਚ ਪ੍ਰਵਾਨ ਹੀ ਪ੍ਰਵਾਨ ਹੈ। ਹਾਂਜੀ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਜਾਂ ਜਿਹੜਾ ਇਨਸਾਨ ਸਿਮਰਨ ਕਰਦਾ ਹੈ, ਪੁਰਖ ਦੇ ਖੱਖੇ ਨੂੰ ਔਂਕੜ ਹੈ ਜਾਂ ਖਾਲੀ ਹੈ? ਖਾਲੀ, ਖਾਲੀ ਹੈ। ਤਾਂ ਇਹਦਾ ਮਤਲਬ ਜਿਹੜੇ ਅਰਥ ਬਦਲ ਗਏ, ਬਹੁਵਚਨ ਹੋ ਗਿਆ। ਜੇ ਖੱਖੇ ਦੇ ਪੁਰਖ ਦੇ ਖੱਖੇ ਨੂੰ ਔਂਕੜ ਹੁੰਦਾ ਤਾਂ ਵਿਆਕਰਨ ਮੁਤਾਬਕ ਇੱਕ ਪੁਰਖ ਦੀ ਗੱਲ ਸੀ, ਵੀ ਜਿਹੜਾ ਜਪਦਾ ਉਹ ਪੁਰਖ ਪ੍ਰਧਾਨ। ਇਹਦੇ ਅਰਥ ਫਿਰ ਐਵੇਂ ਹੋ ਜਾਣੇ ਸੀ, ਪਰ ਬਹੁਵਚਨ ਹੈ ਕਿਉਂਕਿ ਖੁੱਲ੍ਹਾ ਹੈ, ਖੱਖੇ ਨੂੰ ਔਂਕੜ ਨਹੀਂ ਹੈ, ਬਹੁਵਚਨ ਹੈ। ਇੱਥੇ ਅਰਥ ਕਰਾਂਗੇ ਵੀ ਜਿਹੜੇ ਪੁਰਖ, ਬਹੁਵਚਨ, ਪ੍ਰਭੂ ਦਾ ਸਿਮਰਨ ਕਰਦੇ ਨੇ। ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ। ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹ ਮਨੁੱਖ ਗੁਰੂ ਦੀ ਦ੍ਰਿਸ਼ਟੀ ਵਿੱਚ ਪ੍ਰਧਾਨ ਭਾਵ ਸ਼੍ਰੋਮਣੀ ਨੇ। ਜਿਹੜੇ ਸਿਮਰਨ ਕਰਦੇ ਨੇ, ਬੰਦਗੀ ਤੋਂ ਬਿਨਾ ਬੰਦਾ ਗੰਦੇ ਤੋਂ ਵੀ ਗੰਦਾ ਹੈ। ਬੰਦਗੀ ਤੋਂ ਬਿਨਾ ਬੰਦਾ ਗੰਦੇ ਤੋਂ ਵੀ ਗੰਦਾ ਹੈ, ਤੇ ਜਿਹੜਾ ਸਿਮਰਨ ਕਰਦਾ ਉਹ ਉੱਚੇ ਤੋਂ ਉੱਚਾ ਹੈ, ਸੁੱਚੇ ਤੋਂ ਸੁੱਚਾ ਹੈ, ਪਵਿੱਤਰ ਤੋਂ ਪਵਿੱਤਰ ਹੈ। ਇੱਥੋਂ ਤੱਕ ਕਿ ਸਿਮਰਨ ਕਰਦਿਆਂ ਕਰਦਿਆਂ ਰੱਬ ਤੱਕ ਪਹੁੰਚ ਜਾਂਦੇ ਨੇ। ਪ੍ਰਭ ਕਹੋ ਸਿਮਰਹਿ ਸੇ ਪੁਰਖ ਪ੍ਰਧਾਨ। ਉਹ ਮਨੁੱਖ ਸ਼੍ਰੋਮਣੀ ਨੇ, ਮਨੁੱਖਾਂ ਵਿੱਚ ਵੀ। ਵੈਸੇ 84 ਲੱਖ ਜੋਨ ਵਿੱਚ ਮਾਨਸ ਜਨਮ ਉੱਤਮ ਹੈ, ਪ੍ਰਧਾਨ ਹੈ, ਸ਼੍ਰੋਮਣੀ ਹੈ, ਪਰ ਮਨੁੱਖਾਂ ਵਿੱਚੋਂ ਵੀ ਕੋਈ ਸ਼੍ਰੋਮਣੀ ਹੈ। ਉਹ ਸ਼੍ਰੋਮਣੀ ਹੈ ਜਿਹੜਾ ਸਿਮਰਨ ਨਾਲ ਜੁੜਿਆ ਹੋਇਆ ਹੈ।
ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ। ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹ ਸਦਾ ਹੀ ਬੇਮੋਹਤਾਜ ਹੁੰਦੇ ਨੇ। ਉਹਨਾਂ ਨੂੰ ਕਿਸੇ ਦੀ ਮੁਹਤਾਜੀ ਨਹੀਂ ਹੁੰਦੀ, ਕਿਸੇ ਦੀ ਕਾਣ ਨਹੀਂ ਹੁੰਦੀ, ਕਿਸੇ ਦੀ ਗੁਲਾਮੀ ਨਹੀਂ ਹੁੰਦੀ। ਉਹ ਸਦਾ ਹੀ ਬੇਮੋਹਤਾਜ ਹੁੰਦੇ ਨੇ। ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਮਹਾਰਾਜ ਕਹਿੰਦੇ ਗੱਲ ਖਤਮ ਕਰਾਂ, ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹ ਸਾਰਿਆਂ ਦੇ ਹੀ ਰਾਜੇ ਨੇ। ਸਰਬ ਕੇ ਰਾਜੇ, ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ। ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਗਿਆ ਤੇ ਨਾਮ ਵਿੱਚ ਸੁਰਤ ਭਿੱਜ ਗਈ ਹੈ, ਫਿਰ ਰਹਾਉ ਦੀ ਤੁਕ ਤੇ ਆ ਜਾਓ। ਜਿਵੇਂ ਰੋਜ਼ ਮੈਂ ਕਹਿੰਦਾ, ਭਗਤ ਜਨਾ ਕੇ ਮਨ ਬਿਸਰਾਮ। ਇਹ ਜਿਹੜਾ ਨਾਮ ਹੈ, ਜਿਸ ਨੂੰ ਗੁਰੂ ਜੀ ਕਹਿੰਦੇ ਮੈਂ ਸੁਖ ਮਨੀ, ਸੁੱਖਾਂ ਦਾ ਭੰਡਾਰ ਆਖਿਆ, ਇਹ ਨਾਮ ਜੋ ਮ੍ਰਿਤਿਉ ਤੋਂ ਪਾਰ ਲੈ ਜਾਂਦਾ ਹੈ, ਅੰਮ੍ਰਿਤ ਹੈ। ਉਹਦਾ ਨਿਵਾਸ ਕਿੱਥੇ ਹੈ? ਭਗਤ ਜਨਾ ਕੇ ਮਨ ਬਿਸਰਾਮ। ਭਗਤਾਂ ਦੇ ਮਨ ਵਿੱਚ ਵਿਸਰਾਮ ਹੈ, ਸੰਤਾਂ ਦੇ ਹਿਰਦੇ ਵਿੱਚ ਉਹਦਾ ਵਿਸ਼ਰਾਮ ਹੈ ਨਾਮ ਦਾ। ਤੇ ਇੱਥੇ ਮਹਾਰਾਜ ਕਹਿੰਦੇ ਨੇ ਉਹ ਹੁਣ ਸੰਤ ਚਾਹੇ ਗੋਦੜੀ ਵਿੱਚ, ਉਹ ਗੁਰਮੁਖ ਘਰ ਪਰਿਵਾਰ ਵਿੱਚ, ਚਾਹੇ ਗਰੀਬੀ ਵਿੱਚ ਹੈ। ਬਾਬਾ ਕਬੀਰ ਜੀ ਜੁਲਾਹੇ ਨੇ, ਖੱਡੀ ਬੁਣਦੇ ਨੇ, ਕਿਰਤ ਕਰਦੇ ਨੇ। ਭਗਤ ਧੰਨਾ ਜੀ ਖੇਤੀ ਕਰਦੇ ਨੇ, ਕਿਰਤ ਕਰਦੇ ਨੇ। ਬਾਬਾ ਨਾਮਦੇਵ ਜੀ ਕੱਪੜੇ ਛਾਪਦੇ ਨੇ। ਇੱਥੋਂ ਤੱਕ ਕਿਹਾ ਬਾਣੀ ਚ ਕਿ ਆਡ ਦਾਮ ਕੋ ਛੀਪਰੋ ਹੋਇਓ ਲਾਖੀਣ। ਅੱਧੀ ਕੌਡੀ ਦਾ ਆਡ ਦਾਮ, ਅੱਧੀ ਕੌਡੀ। ਆਡ ਦਾਮ ਕੋ ਛੀਪਰੋ, ਛਿੰਬਾ ਹੋਇਓ ਲਾਖੀਣਾ, ਲੱਖਾਂ ਦਾ ਹੋ ਗਿਆ, ਲੱਖਪਤੀ ਹੋ ਗਿਆ। ਕਿਹੜਾ ਲੱਖਪਤੀ ਹੋਇਆ? ਉਹ ਤਾਂ ਕੱਪੜੇ ਛਾਪਦੇ ਰਹੇ ਸਾਰੀ ਜ਼ਿੰਦਗੀ। ਲੱਖਪਤੀ ਗੁਰੂ ਦੀ ਦ੍ਰਿਸ਼ਟੀ ਵਿੱਚ ਕਿਵੇਂ ਹੋਇਆ? ਨਾਮ ਹੈ ਉਹਨਾਂ ਪਾਸ, ਉਹ ਲੱਖਪਤੀ ਨੇ। ਇੱਥੋਂ ਤੱਕ ਕਿ ਬਾਬਾ ਨਾਮਦੇਵ ਜੀ ਦੀ ਝੌਂਪੜੀ ਹੈ, ਗਰੀਬੀ ਦਾਵੇ ਹੈ, ਪਤਨੀ ਨਾਲ ਰਹਿੰਦੇ ਨੇ, ਅੱਗੇ ਬੱਚੇ ਹੈ, ਪੁੱਤਰ ਹੈ, ਪੁੱਤਰੀ ਹੈ, ਪਰਿਵਾਰ ਹੈ ਬਾਬਾ ਨਾਮਦੇਵ ਜੀ ਦਾ। ਬਾਬਾ ਕਬੀਰ ਜੀ ਦਾ ਵੀ ਪੁੱਤਰ ਹੈ ਜਮਾਲ, ਬੇਟੀ ਵੀ ਹੈ, ਪਰਿਵਾਰ ਚ ਰਹਿੰਦੇ ਨੇ, ਪਰ ਕਿਰਤ ਕਰਦੇ ਨੇ, ਸਾਦੀ ਰੋਟੀ ਹੈ। ਕੋਈ ਨਾਮ ਜਪਣ ਦੀ ਇਹੀ ਨਿਸ਼ਾਨੀ ਨਹੀਂ ਵੀ ਕੋਠੀ ਵੱਡੀ ਹੋ ਜੇ, ਬੰਗਲੇ ਵੱਡੇ ਹੋ ਜਾਣ। ਨਾਮ ਧਨ ਕੋਲ ਹੈ, ਸ਼ਾਂਤੀ ਦਾ ਧਨ ਕੋਲ ਹੈ, ਆਨੰਦ ਦਾ ਧਨ ਕੋਲ ਹੈ। ਤੋ ਕਹਿੰਦੇ ਭਾਵੇਂ ਕੁਛ ਵੀ ਨਾ ਹੋਵੇ, ਜੇ ਨਾਮ ਹੈ ਕੋਲ ਤਾਂ ਸਾਰੀ ਸ੍ਰਿਸ਼ਟੀ ਦਾ ਰਾਜਾ। ਕਹਿੰਦੇ ਨੇ ਬਸਤਾ ਟੁੱਟੀ ਝੌਂਪੜੀ, ਭਾਵੇਂ ਟੁੱਟੀ ਝੌਂਪੜੀ ਚ ਵਸਦਾ ਹੈ। ਚੀਰ ਸਭ ਛਿੰਨਾ, ਬਸਤਰ ਵੀ ਪਾਟੇ ਰਹਿੰਦੇ ਨੇ। ਜਾਤ ਨਾ ਪਤ ਨਾ ਆਦਰੋ, ਉਦਿਆਨ ਪਰਮਿੰਨਾ। ਨਾ ਉਹਦੀ ਕੋਈ ਜਾਤ ਉੱਚੀ ਹੈ, ਨਾ ਪਾਤ ਕੋਈ ਇੱਜ਼ਤ ਕਰਦਾ ਬਹੁਤੀ, ਨਾ ਕੋਈ ਸਨਮਾਨ ਆਦਰ ਕਰਦਾ। ਉਦਿਆਨ ਪਰਮਿੰਨਾ, ਜੰਗਲ ਵਿੱਚ ਭਰਮਦਾ ਫਿਰਦਾ। ਮਿੱਤਰ ਨਾ ਇਠ ਧਨ ਰੂਪ ਹੀਣ, ਕਿਸੂ ਸਾਕ ਨਾ ਛਿੰਨਾ। ਕੋਈ ਸਾਕ ਨਹੀਂ ਬਹੁਤੇ ਦਿਸਦੇ ਉਹਦੇ, ਕੋਈ ਮਿੱਤਰ ਨਹੀਂ ਬਹੁਤੇ ਦਿਸਦੇ ਉਸਦੇ। ਧਨ ਨਹੀਂ ਉਹਦੇ ਕੋਲ, ਰੂਪ ਵੀ ਕੋਈ ਬਹੁਤਾ ਚੰਗਾ ਨਹੀਂ, ਕੋਈ ਮਿੱਤਰਾਂ ਦਾ ਘੇਰਾ ਵੀ ਬਹੁਤਾ ਉਹਦਾ ਨਹੀਂ। ਪਰ ਅੱਗੇ ਕਹਿੰਦੇ ਨੇ ਰਾਜਾ ਸਗਲੀ ਸ੍ਰਿਸ਼ਟ ਕਾ। ਕਹਿੰਦੇ ਜਿਹੜੀ ਤਸਵੀਰ ਮੈਂ ਖਿੱਚੀ ਹੈ ਨਾ, ਇਹੋ ਜਿਹਾ ਦੇਖਣ ਨੂੰ ਹੋਵੇ, ਪਰ ਜੇ ਉਹਦੇ ਹਿਰਦੇ ਵਿੱਚ ਨਾਮ ਹੈ ਤੇ ਰਾਜਾ ਸਗਲੀ ਸ੍ਰਿਸ਼ਟ ਕਾ। ਹਰ ਨਾਮ ਮਨ ਭਿੰਨਾ, ਹਰੀ ਦੇ ਰੰਗ ਵਿੱਚ, ਨਾਮ ਵਿੱਚ ਜਿਹਦਾ ਮਨ ਭਿੱਜ ਗਿਆ। ਇੱਥੋਂ ਤੱਕ ਕਿਹਾ ਕਿ ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨਾ। ਉਸ ਦੀ ਚਰਨਾਂ ਦੀ ਧੂੜ ਮਿਲ ਜਾਏ ਤੇ ਸਾਡਾ ਉਧਾਰ ਹੋ ਜਾਏ। ਜੇ ਪ੍ਰਭੂ ਪ੍ਰਸੰਨ ਹੋਵੇ ਤੇ ਐਸੇ ਨਾਮ ਰਸੀਏ ਦੀ ਚਰਨਾਂ ਦੀ ਧੂੜੀ ਮਿਲਦੀ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ।
ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ। ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਸਹੀ ਮਾਨਿਆਂ ਵਿੱਚ ਉਹੀ ਸੁਖ ਵਾਸੀ ਹੁੰਦੇ ਨੇ, ਉਹਨਾਂ ਦਾ ਹੀ ਸੁਖ ਚ ਨਿਵਾਸ ਹੁੰਦਾ ਹੈ। ਨਾਮ ਤੋਂ ਬਿਨਾਂ ਕਿਸੇ ਦਾ ਸੁਖ ਚ ਨਿਵਾਸ ਨਹੀਂ, ਭਾਵੇਂ ਧਨ ਹੋਵੇ, ਦੌਲਤ ਹੋਵੇ, ਜੋ ਮਰਜ਼ੀ ਹੋਵੇ। ਹਾਂਜੀ। ਪ੍ਰਭ ਕੋ ਸਿਮਰਹਿ ਸਦਾ ਅਬਿਨਾਸੀ। ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ, ਸਿਮਰਨ ਕਰਦਿਆਂ 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 ਅਬਿਨਾਸ਼ੀ ਪੁਰਖ ਪਰਿਪੂਰਨ ਪਾਰ ਬ੍ਰਹਮ ਨੂੰ ਮਿਲ ਜਾਂਦੇ ਨੇ, ਪਰਮ ਪਿਤਾ ਪ੍ਰਮਾਤਮਾ ਨੂੰ ਮਿਲ ਜਾਂਦੇ ਨੇ। ਅਬਿਨਾਸ਼ੀ ਅਕਾਲ ਪੁਰਖ ਦੇ ਨਾਲ ਅਭੇਦ ਹੋ ਜਾਂਦੇ ਨੇ। ਅਭੇਦ ਹੋ ਕੇ ਉਹ ਮਨੁੱਖ ਵੀ, ਉਹ ਸਾਧਕ ਵੀ ਅਬਿਨਾਸੀ ਹੋ ਜਾਂਦੇ ਨੇ। ਹਾਂਜੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ। ਹਾਂਜੀ, ਕਹਿੰਦੇ ਸਿਮਰਨ ਤੇ ਲਾਗੇ, ਸਿਮਰਨ ਨਾਲ ਉਹੀ ਲੱਗੇ ਜਿਨ੍ਹਾਂ ਤੇ ਆਪ ਮਿਹਰਬਾਨ ਹੋਇਆ, ਜਦੋਂ ਆਪ ਕਿਰਪਾ ਕੀਤੀ ਉਹਨੇ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ। ਹਾਂਜੀ। ਨਾਨਕ ਜਨ ਕੀ ਮੰਗੈ ਰਵਾਲਾ। ਹਾਂ, ਕਹਿੰਦੇ ਜਿਹੜੇ ਸਿਮਰਨ ਵਿੱਚ ਰੱਬ ਨੇ ਲਾ ਦਿੱਤੇ, ਆਪ ਮਿਹਰ ਕਰਕੇ ਬੰਦਗੀ ਵਿੱਚ ਲਗਾ ਦਿੱਤੇ ਨੇ, ਆਪਣੇ ਚਰਨਾਂ ਨਾਲ ਜੋੜ ਰਹੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਿਵਾਸ ਹੋ ਗਿਆ, ਜਿਨ੍ਹਾਂ ਦੇ ਹਿਰਦੇ ਚ ਆਪ ਪਰਮੇਸ਼ਰ ਵਸ ਗਿਆ ਹੋਇਆ, ਜਿਨ੍ਹਾਂ ਦੀ ਰਸਨਾ ਤੇ ਨਾਮ, ਜਿਨ੍ਹਾਂ ਦੇ ਨੇਤਰਾਂ ਚ ਨਾਮ, ਜਿਨ੍ਹਾਂ ਦੇ ਕੰਨਾਂ ਵਿੱਚ ਨਾਮ, ਜਿਨ੍ਹਾਂ ਦੀ ਨਾਸਕਾ ਚ ਨਾਮ, ਰਸਨਾ ਤੇ ਹਿਰਦੇ ਚ ਨਾਮ, ਜਿਨ੍ਹਾਂ ਦੇ ਰੋਮ ਰੋਮ ਵਿੱਚ ਨਾਮ। ਮਹਾਰਾਜ ਕਹਿੰਦੇ ਨੇ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਨਾਨਕ ਜਨ ਕੀ ਮੰਗੈ ਰਵਾਲਾ। ਕਹਿੰਦੇ ਉਹਨਾਂ ਦੀ ਮੈਂ ਰਵਾਲਾ ਧੂੜ ਮੰਗਦਾ ਹਾਂ, ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਜਿਹੜੇ ਐਸੇ ਹੋ ਗਏ ਨੇ, ਜਿਨ੍ਹਾਂ ਤੇ ਪਰਮੇਸ਼ਰ ਦਇਆਲ ਹੋ ਗਿਆ, ਜਿਨ੍ਹਾਂ ਤੋਂ ਨਾਮ ਜਪਵਾ ਰਿਹਾ। ਸਿਮਰਨ ਤੇ ਲਾਗੇ, ਸਿਮਰਨ ਵਿੱਚ ਉਹੀ ਲੱਗੇ ਨੇ ਜਿਨ ਆਪ ਦਇਆਲਾ। ਤੇ ਗੁਰੂ ਸਾਹਿਬ ਕਹਿੰਦੇ ਨੇ, ਉਹਨਾਂ ਦੇ ਮੈਂ ਚਰਨਾਂ ਦੀ ਧੂੜ ਮੰਗ ਰਿਹਾ ਹਾਂ। ਅੱਜ ਇਹ ਪੰਜਵਾਂ ਸ਼ਬਦ ਜਿਸ ਦਾ ਵਿਚਾਰ, ਛੇਵਾਂ ਵੀ ਕਰ ਲਈਏ। ਟਾਈਮ ਕੀ ਹੋਇਆ? ਹਾਂਜੀ, 11:50। ਛੇਵਾਂ ਸ਼ਬਦ ਵੀ ਲੈ ਲਓ। ਵੈਸੇ ਸਾਨੂੰ ਫੋਨ ਆਇਆ ਹੁਣੇ ਕਿ ਸੰਤ ਬਾਬਾ ਰਾਜਿੰਦਰ ਸਿੰਘ ਜੀ ਇਸਰਾਣਾ ਵਾਲੇ ਆ ਰਹੇ ਨੇ ਤੇ ਪਹੁੰਚਣ ਵਾਲੇ ਨੇ। ਅਸੀਂ ਤਾਂ ਸੋਚਦੇ ਵੀ ਕਈ ਵਾਰ ਸ਼ਬਦ ਵਿੱਚੇ ਹੁੰਦਾ, ਇੱਕ ਸ਼ਬਦ ਤਾਂ ਕੰਪਲੀਟ ਹੋ ਗਿਆ। ਤੇ ਐਸੇ ਸਤਿਕਾਰਯੋਗ ਹਸਤੀ ਗੁਰਮੁਖ ਪਿਆਰੇ ਆਉਂਦੇ ਨੇ, ਉਹਨਾਂ ਦੇ ਮਾਣ ਸਤਿਕਾਰ ਲਈ ਕਈ ਵਾਰ ਫਿਰ ਸ਼ਬਦ ਵਿੱਚ ਰਹਿ ਜਾਂਦਾ। ਸ਼ਬਦ ਦਾ ਵੀ ਇੱਕ ਸਨਮਾਨ ਹੈ, ਗੁਰਬਾਣੀ ਦਾ ਵੱਡਾ ਸਨਮਾਨ ਹੈ। ਤੋ ਆਓ ਕੋਸ਼ਿਸ਼ ਕਰਦੇ ਹਾਂ। ਹਾਂਜੀ, ਛੇਵਾਂ ਸ਼ਬਦ। ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ। ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ, ਸਿਮਰਨ ਦੇ ਕਾਰਨ, ਸਿਮਰਨ ਦੇ ਜਦੋਂ ਸਿਮਰਨ ਹਿਰਦੇ ਵਿੱਚ ਵਸਦਾ, ਨਾਮ ਹਿਰਦੇ ਚ ਵਸਦਾ, ਨਾਮੀ ਹਿਰਦੇ ਚ ਵਸਦਾ, ਤਾਂ ਸਹਿ ਸੁਭਾਵਕ ਹੀ ਉਹ ਪਰਉਪਕਾਰ ਕਰਨ ਲੱਗ ਪੈਂਦੇ ਨੇ। ਉਹਨਾਂ ਦਾ ਜੀਵਨ ਪਰਉਪਕਾਰੀ ਹੋ ਜਾਂਦਾ। ਜਨਮ ਮਰਨ ਦੋਹੂ ਮਹਿ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਲਾਏ। ਏਡਾ ਵੱਡਾ ਪਰਉਪਕਾਰ ਕਰਨ ਲੱਗ ਪੈਂਦੇ ਨੇ ਜਿਨ੍ਹਾਂ ਦੇ ਹਿਰਦੇ ਚ ਨਾਮ ਵਸ ਜਾਂਦਾ ਹੈ। ਹਾਂਜੀ। ਪ੍ਰਭ ਕੋ ਸਿਮਰਹਿ ਤਿਨ ਸਦ ਬਲਿਹਾਰੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਨੇ, ਜਿਹੜੇ ਪ੍ਰਭੂ ਨੂੰ ਸਿਮਰਦੇ ਨੇ, ਮੈਂ ਉਹਨਾਂ ਤੋਂ ਸਦਾ ਹੀ ਬਲਿਹਾਰੀ ਜਾਂਦਾ, ਸਦਾ, ਹਮੇਸ਼ਾ ਹੀ। ਕਹਿੰਦੇ ਮੇਰਾ ਹਿਰਦਾ ਉਹਨਾਂ ਤੋਂ ਬਲਿਹਾਰੇ ਹੀ ਜਾਂਦਾ ਰਹਿੰਦਾ। ਤੁਸੀਂ ਇਮੈਜਿਨ ਕਰੋ, ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤ ਨੂੰ ਤੱਕਦੇ ਹੋਣਗੇ, ਜਿਹੜੀ ਰੂਹ ਨਾਮ ਵਿੱਚ ਭਿੱਜੀ ਹੋਏਗੀ, ਸਤਿਗੁਰੂ ਜੀ ਉਹਨੂੰ ਵੇਖ ਕੇ ਉਹਦੇ ਤੋਂ ਵੀ ਬਲਿਹਾਰੀ ਜਾਂਦੇ ਹੋਣੇ ਆ, ਆਪਣੇ ਸੇਵਕ ਤੋਂ ਬਲਿਹਾਰੀ ਜਾਂਦੇ ਹੋਣਗੇ। ਪ੍ਰਭ ਕਉ ਸਿਮਰੈ ਤਿਨ ਸਦ ਬਲਿਹਾਰੀ।
ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ। ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹਨਾਂ ਦੇ ਮੁਖੜੇ ਸਦਾ ਹੀ ਸ਼ੋਭਨੀਕ ਨੇ, ਸੁਹਾਵੇ, ਸੋਹਣੇ ਨੇ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਮਹਾਰਾਜ ਕਹਿੰਦੇ ਉਹੀ ਸੁੰਦਰ ਨੇ ਜਿਹੜੇ ਸੰਗਤ ਵਿੱਚ ਬੈਠੇ ਹੋਏ ਨੇ। ਦੁਨੀਆ ਸੁੰਦਰਤਾ ਨੂੰ ਕਿਵੇਂ ਕਿਵੇਂ ਤੋਲਦੀ ਹੈ ਕਿ ਮਿਸਟਰ ਇੰਡੀਆ ਬਣ ਗਿਆ ਜਾਂ ਇਹ ਫਲਾਣਾ ਪੰਜਾਬ ਦਾ ਸੋਹਣਾ ਹੋ ਗਿਆ। ਸੁੰਦਰਤਾ ਦਾ ਮਾਪਦੰਡ ਕੋਈ ਹੋਰ ਹੈ, ਪਰ ਮੇਰੇ ਗੁਰੂ ਨਾਨਕ ਪਾਤਸ਼ਾਹ ਦਾ ਮਾਪਦੰਡ ਹੋਰ ਹੈ। ਉਹ ਕਹਿੰਦੇ ਨੇ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਜਿਹੜੇ ਸੰਗਤ ਵਿੱਚ ਬੈਠੇ ਹੋਏ ਨੇ, ਜਿਹੜੇ ਪਰਮੇਸ਼ਰ ਦਾ ਭਜਨ ਕਰ ਰਹੇ ਨੇ, ਉਹੀ ਸੋਹਣਾ ਹੈ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ। ਉਹਨਾਂ ਦੇ ਮੁਖ ਸੁਹਾਵੇ, ਸੋਹਣੇ ਨੇ। ਸੁਹਾਵੇ ਸ਼ੋਭਨੀਕ ਨੇ। ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦੇ ਮੁਖ ਉਜਲੇ ਨੇ, ਸੁਭਾਏਮਾਨ ਨੇ। ਇੱਥੇ ਵੀ ਉਹਨਾਂ ਦੇ ਮੁਖ ਸੁਭਾਏਮਾਨ ਨੇ ਤੇ ਦਰਗਾਹ 'ਚ ਵੀ ਸੁਭਾਏਮਾਨ ਨੇ। ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੈ। ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹਨਾਂ ਦਾ ਜੀਵਨ ਆਤਮਿਕ ਲੈਵਲ ਤੇ, ਮਨ ਦੇ ਲੈਵਲ ਤੇ, ਮਾਨਸਿਕ ਲੈਵਲ ਤੇ ਬੜਾ ਹੀ ਸੁੱਖਾਂ ਵਿੱਚ ਬਿਹਾਉਂਦਾ ਹੈ। ਜਿਹਦੇ ਹਿਰਦੇ ਵਿੱਚ ਨਾਮ ਵਸ ਜਾਏ ਉਹਦੇ ਸੰਦੇਹ ਖਤਮ ਹੋ ਜਾਂਦੇ। ਉਹਨੂੰ ਆਪਣੀ ਪਰਾਰਵਤ ਤੇ ਭਰੋਸਾ ਹੋ ਜਾਂਦਾ ਹੈ। ਪਰਾਰਵਤ ਤੇ ਭਰੋਸਾ ਹੋਣ ਨਾਲ ਸੰਤੋਖ ਦਾ ਨਿਵਾਸ ਹੋ ਜਾਂਦਾ ਹੈ। ਜਦੋਂ ਸੰਤੋਖ ਆ ਜਾਏ ਤੇ ਮਨ ਰੱਜ ਜਾਂਦਾ ਕਿ ਮੈਂ ਬੜੇ ਆਨੰਦ ਵਿੱਚ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਮੈਨੂੰ ਜੋ ਦੇਣਾ ਹੈ ਪਰਮੇਸ਼ਰ ਨੇ ਉਹ ਦੇ ਰਿਹਾ ਹੈ। ਬੜੇ ਆਨੰਦ ਵਿੱਚ ਜਿਉਂਦਾ ਹੈ। ਪਰ ਇਹ ਸੰਤੋਖ ਆਵੇਗਾ ਹੀ ਉਸ ਨੂੰ ਜਿਹੜੇ ਪ੍ਰਭੂ ਦੇ ਸਿਮਰਨ ਵਿੱਚ ਲੱਗ ਗਏ ਨੇ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ। ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹਨਾਂ ਨੇ ਆਪਣੇ ਆਪ ਨੂੰ ਜਿੱਤ ਲਿਆ ਹੈ। ਭਾਵ ਮਨ ਨੂੰ ਜਿੱਤ ਲਿਆ। ਭਾਵ ਆਤਮਾ ਦੀ ਪ੍ਰਾਪਤੀ ਕਰਕੇ ਆਤਮ ਜਿੱਤ ਹੋ ਗਏ ਨੇ। ਆਤਮਾ ਦੇ ਅਰਥ ਕਿਤੇ ਕਿਤੇ ਬਾਣੀ ਵਿੱਚ ਮਨ ਵੀ ਹੈ। ਆਤਮ ਕਉ ਸਮਝਾਵੋ ਇੱਕ ਜਗ੍ਹਾ ਹੁੰਦਾ ਲਫ਼ਜ਼, ਉੱਥੇ ਆਤਮਾ ਨੂੰ ਨਹੀਂ, ਉੱਥੇ ਮਨ ਨੂੰ ਸਮਝਾਉਣ ਦੇ ਅਰਥ ਨੇ। ਆਤਮਾ ਦੇ ਸ਼ਬਦ ਦੇ ਅਰਥ ਮਨ ਵੀ ਨੇ ਤੇ ਕਿਤੇ ਕਿਤੇ ਮਨ ਨੂੰ ਆਤਮਾ ਦੀ ਥਾਂ ਵੀ ਵਰਤਿਆ ਹੋਇਆ ਗੁਰਬਾਣੀ ਵਿੱਚ। ਐਵੇਂ ਮਨ ਨੂੰ ਜਿੱਤ ਲੈਂਦੇ ਨੇ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ। ਉਹਨਾਂ ਦਾ ਆਪਣੇ ਮਨ ਦੇ ਉੱਪਰ ਪੂਰਨ ਤੌਰ ਤੇ ਕਾਬੂ ਹੋ ਜਾਂਦਾ ਹੈ, ਕੰਟਰੋਲ ਹੋ ਜਾਂਦਾ ਹੈ। ਉਹ ਆਤਮ ਜੀਤਾ ਬਣ ਜਾਂਦੇ ਨੇ। ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹਨਾਂ ਦੀ ਰੋ ਰੀਤ, ਬੈਠਣੀ ਉੱਠਣੀ, ਉਹਨਾਂ ਦੀ ਰਹਿਤ ਬਹਿਤ ਬੜੀ ਨਿਰਮਲ ਹੋ ਜਾਂਦੀ ਹੈ। ਨਿਰਮਲ ਹੋ ਜਾਂਦੀ ਹੈ। ਉਹ ਜੀਉ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਉ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ। ਇੰਨੇ ਨਿਰਮਲ। ਰਸਨਾ ਰਸ ਸਮਾਣੀ, ਰਸਨਾ ਸੱਚ ਸਮਾਣੀ। ਜਨਮ ਰਤਨ ਜਿਨਿ ਖੱਟਿਆ ਭਲੇ ਸੇ ਵਣਜਾਰੇ। ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਹੈ ਗੁਰ ਨਾਲੇ। ਉਹ ਨਿਰਮਲ ਹੋ ਕੇ ਸਦਾ ਹੀ ਅੰਤਰਾਤਮੇ ਗੁਰੂ ਨਾਲ ਰਹਿਣਾ ਸ਼ੁਰੂ ਹੋ ਜਾਂਦੇ ਨੇ। ਹਾਂਜੀ। ਪ੍ਰਭ ਕੋ ਸਿਮਰਹਿ ਤਿਨ ਆਨੰਦ ਕਨੇਰੇ। ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹ ਪੂਰਨਤਾ ਆਨੰਦ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਨੇ। ਹਾਂਜੀ। ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ। ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ, ਸਿਮਰਨ ਵਿੱਚ ਹੀ ਜਿਹੜੇ ਜੁੜ ਜਾਂਦੇ ਨੇ, ਉਹ ਫਿਰ ਸदैव ਪ੍ਰਭੂ ਦੇ ਨੇੜੇ ਹੀ ਵਸਣ ਲੱਗ ਪੈਂਦੇ ਨੇ। ਨੇੜੇ ਉਹ ਮੇਰੇ ਨਾਲ ਹੈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਫਿਰ ਇਹ ਅਵਸਥਾ ਬਣ ਜਾਂਦੀ ਹੈ। ਹਾਂਜੀ।
ਸੰਤ ਕਿਰਪਾ ਤੇ ਅਨ ਦਿਨ ਜਾਗ। ਕਹਿੰਦੇ ਸੰਤ ਗੁਰੂ ਦੀ ਕਿਰਪਾ ਨਾਲ, ਸੰਤ ਕਿਰਪਾ ਤੇ ਅਨ ਦਿਨ ਜਾਗ। ਹੁਣ ਜਾਗਦੇ ਹੀ ਹੋ, ਇਹ ਤਾਂ ਅਵਸਥਾ ਹੈ ਜਾਗਰਤ, ਉਸਪਨ ਅਵਸਥਾ, ਗਹਿਰੀ ਨੀਂਦ ਵਿੱਚ ਸੁਸ਼ੁਪਤੀ, ਤਿੰਨ ਅਵਸਥਾ ਨੇ। ਪਰ ਸਿਮਰਨ ਤੇ ਗੁਰੂ ਦੀ ਕਿਰਪਾ ਨਾਲ ਤਿੰਨੋਂ ਅਵਸਥਾ ਵਿੱਚ ਸਾਖਸ਼ੀ ਭਾਵ ਵਿੱਚ ਜਾਗਣਾ ਸ਼ੁਰੂ ਹੋ ਜਾਂਦਾ ਹੈ। ਜਾਗਦਾ ਤਾਂ ਵੀ ਸਾਖਸ਼ੀ ਭਾਵ ਨੇ। ਇਹ ਜਿਹੜਾ ਸਿਮਰਨ ਹੈ, ਐਵੇਂ ਦਾ ਸਿਮਰਨ ਤੇ ਸਿਮਰਨ ਨਾਲ ਐਵੇਂ ਦੀਆਂ ਅਵਸਥਾਵਾਂ ਜਿਵੇਂ ਦੇ ਇਸ ਸ਼ਬਦ ਵਿੱਚ ਦੱਸੀਆਂ, ਉਹ ਨੇੜੇ ਵਸੇਗਾ। ਉਹ ਅਨ ਦਿਨ ਰਾਤ ਦਿਨ ਜਾਗ ਜਾਏਗਾ। ਅਨ ਦਿਨ ਜਾਗ, ਰਾਤ ਦਿਨ ਉਹਦੀ ਅੰਦਰਲੀ ਜਾਗਣ ਵਾਲੀ ਅਵਸਥਾ ਜਾਗ ਪਵੇਗੀ। ਇਹ ਤੁਕ ਜ਼ਿਆਦਾ ਵਿਸਥਾਰ ਚਾਹੁੰਦੀ ਹੈ, ਰੂਹਾਨੀਅਤ ਦੇ ਜਾਗਣੇ ਨੂੰ ਹੋਰ ਵਿਸਥਾਰ ਚਾਹੁੰਦੀ ਹੈ। ਪਰ ਅੱਜ ਸਾਡਾ ਮਨ ਇਧਰ ਵਿਸਥਾਰ ਵਿੱਚ ਨਹੀਂ। ਅਨ ਦਿਨ ਜਾਗ, ਰਾਤ ਦਿਨ ਜਾਗਣਾ ਸ਼ੁਰੂ ਕਰ ਦਿੰਦਾ ਹੈ। ਇਹ ਬਹੁਤ ਉੱਚ ਕਹਾਣੀ ਦੇ ਸਮਝ ਨਹੀਂ ਆਉਂਦੀ ਆਮ ਜਗਿਆਸੂ ਦੇ। ਥੋੜੀ ਬਹੁਤ ਰੂਹਾਨੀਅਤ ਦੇ ਸਾਧਕ ਸਮਝਦੇ ਨੇ ਜੋ ਮੈਂ ਕਹਿ ਰਿਹਾ, ਪਰ ਆਮ ਸਾਧਕ ਅਜੇ ਨਹੀਂ ਸਮਝ ਸਕੇ ਕਿ ਅੰਦਰਲੀ ਜਾਗ ਕੀ ਹੁੰਦੀ ਹੈ। ਉਹ ਉਦਾਹਰਨਾਂ ਤੋਂ ਬਿਨਾਂ ਨਹੀਂ ਸਮਝ ਆਉਂਦੀ। ਉਹਦੇ ਲਈ ਦ੍ਰਿਸ਼ਟਾਂਤ ਹੁੰਦੇ ਨੇ ਤਾਂ ਦਾ ਦ੍ਰਿਸ਼ਟਾਂਤ ਸਮਝ ਆਉਂਦਾ ਹੈ। ਦ੍ਰਿਸ਼ਟਾਂਤ ਤੋਂ ਬਿਨਾਂ ਸਮਝ ਨਹੀਂ ਆਉਂਦਾ, ਐਗਜ਼ੈਂਪਲ ਤੋਂ ਬਿਨਾਂ ਅਸਲੀਅਤ ਗੱਲ ਸਮਝ ਨਹੀਂ ਆਉਂਦੀ, ਉਦਾਹਰਣ ਤੋਂ ਬਿਨਾਂ। ਇਹ ਜਾਗ ਜਿਹੜਾ ਇੱਥੇ ਬਚਨ ਹੈ ਨਾ, ਬੜਾ ਵੱਡਾ ਬਚਨ ਹੈ। ਇਹ ਜਾਗ ਇਹ ਨਹੀਂ ਵੀ ਸਵੇਰੇ 5 ਵਜੇ ਜਾਗ ਗਏ ਜਾਂ 12 ਵਜੇ ਜਾਗ ਗਏ ਜਾਂ 2 ਵਜੇ ਜਾਗ ਗਏ। ਪ੍ਰਭ ਕੈ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਅਨ ਦਿਨ ਜਾਗ। ਅਨ ਦਿਨ ਸੰਤ ਕਿਰਪਾ ਤੇ ਅਨ ਦਿਨ ਜਾਗ। ਇਹ ਜਾਗ ਨਹੀਂ ਜਿਹਨੂੰ ਕਹਿੰਦੇ ਤੂੰ ਜਾਗ ਬਈ, 5 ਵਜੇ ਜਾਗਿਆ ਕਰ, 4 ਵਜੇ ਜਾਗਿਆ ਕਰ, 3 ਵਜੇ ਜਾਗਿਆ ਕਰ। ਇਹ ਉਸ ਜਾਗ ਦਾ ਇੱਥੇ ਵਿਸ਼ਲੇਸ਼ਣ ਵਿਆਖਿਆ ਨਹੀਂ। ਉਸ ਜਾਗ ਦਾ ਇੱਥੇ ਕੋਈ ਭਾਵ ਨਹੀਂ। ਇਹ ਜਾਗ ਹੈ ਆਤਮਿਕ ਜਾਗ। ਇਹ ਜਾਗ ਹੈ ਰੂਹਾਨੀਅਤ ਲੈਵਲ ਤੇ ਜਾਗ, ਰੂਹਾਨੀ ਜਾਗ। ਵਾਹਿਗੁਰੂ ਗੁਰਮੁਖ ਪਿਆਰੇ ਆਏ ਨੇ। ਬਾਬਾ ਜੋਗਾ ਸਿੰਘ ਜੀ ਜੀਓ ਆਇਆ, ਮਹਾਂਪੁਰਸ਼ आ जाओ बाबा जी ऊपर जियो आया जियो। तो ये जेड़ा संत किरपा ते अन दिन जाग दी बात चल रही सी, तो ये जेड़ा जागना है ये रूहानियत दे लेवल ते जागना है। ये जाग नहीं भी 4 वजे 5 वजे 8 वजे ਜਾਂ 3 ਵਜੇ ਜਾਂ 2 ਵਜੇ। ਉਹ ਤਾਂ ਆਪਾਂ ਜਾਗਦੇ ਹੀ ਆ। ਕੋਈ 12 ਵਜੇ, ਕੋਈ 1 ਵਜੇ, ਕੋਈ 2 ਵਜੇ, ਕੋਈ 3 ਵਜੇ, ਕੋਈ 4 ਵਜੇ, ਕੋਈ 5 ਵਜੇ, ਕੋਈ 6 ਵਜੇ, ਕੋਈ 7 ਵਜੇ, ਕੋਈ 8 ਵਜੇ, ਜਾਗਦੇ ਹੀ ਆ। ਪਰ ਇੱਥੇ ਨਾਲ ਮਹਾਰਾਜ ਨੇ ਕਹਿਤਾ ਅਨ ਦਿਨ ਜਾਗ। ਅਨ ਦਿਨ ਦਾ ਭਾਵ ਹੈ ਰਾਤ ਦਿਨ। ਰਾਤ ਦਿਨ ਵਿੱਚ ਸਾਰੀਆਂ ਅਵਸਥਾ ਆ ਜਾਂਦੀਆਂ ਨੇ। ਹੁਣ ਇੱਥੇ ਕਿਹਾ ਅਨ ਦਿਨ ਜਾਗ, ਤੇ ਜੇ ਤੁਸੀਂ ਸੁੱਤੇ ਪਏ ਹੋ ਉਹ ਤਾਂ ਰਾਤ ਦੇ ਵਿੱਚ ਆ ਗਿਆ। ਫਿਰ ਇਹਦਾ ਮਤਲਬ ਰਾਤ ਨਹੀਂ ਜਾਗੇ। ਜੇ 5 ਘੰਟੇ 6 ਘੰਟੇ 4 ਘੰਟੇ ਸੁੱਤੇ ਹੋ, ਇਹਦਾ ਮਤਲਬ ਜਾਗੇ ਨਹੀਂ। तो अन दिन जाग किवें होया फिर संत कृपा ते? तो ਇਹਦਾ ਮਤਲਬ ਜਾਗ ਦੂਸਰੀ ਹੈ। ਉਹ ਰੂਹਾਨੀਅਤ ਦੀ ਜਾਗ ਹੈ, ਅੰਦਰਲੀ ਜਾਗ ਹੈ, ਉਹ ਸਾਖਸ਼ੀ ਭਾਵ ਦੀ ਜਾਗ ਹੈ। ਜਾਗਰਤ ਅਵਸਥਾ ਵਿੱਚ ਵੀ ਰਹਿਣਾ ਤਾਂ ਵੀ ਸਾਖਸ਼ੀ ਭਾਵ ਵਿੱਚ। ਵੈਸੇ ਤਾਂ ਜਾਗਦਿਆਂ ਵੀ ਸਾਰੇ ਨਹੀਂ ਜਾਗਦੇ,
ਜਾਗਦਿਆਂ ਵੀ ਸੁੱਤੇ ਪਏ ਨੇ ਮੋਹ ਦੀ ਨੀਂਦ ਵਿੱਚ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਨੀਂਦ 'ਚ, ਵਿਸ਼ੇ ਵਿਕਾਰ ਦੀ ਨੀਂਦ ਵਿੱਚ ਸੁੱਤਾ ਪਿਆ ਬੰਦਾ ਸਾਹਮਣੇ ਜਾਗ ਰਿਹਾ ਪਰ ਸੁੱਤਾ ਹੋਇਆ। ਤੁਹਾਨੂੰ ਲੱਗਦਾ ਜਾਗਦਾ ਬੈਠਾ, ਤੁਹਾਨੂੰ ਲੱਗਦਾ ਦੋਸਤ ਮਿੱਤਰ ਮੇਰਾ ਤੁਰਿਆ ਜਾਂਦਾ ਮੇਰੇ ਨਾਲ ਜਾਗ ਰਿਹਾ, ਨਹੀਂ ਜਾਗਿਆ ਨਹੀਂ। ਰੂਹਾਨੀਅਤ ਦੀ ਦ੍ਰਿਸ਼ਟੀ ਤੋਂ ਸੁੱਤਾ ਪਿਆ ਹੈ। ਜੇ ਉਹ ਕਾਮ ਵਿੱਚ ਹੈ, ਕ੍ਰੋਧ ਵਿੱਚ ਹੈ, ਲੋਭ ਵਿੱਚ ਹੈ, ਮੋਹ ਵਿੱਚ ਹੈ, ਅਹੰਕਾਰ ਵਿੱਚ ਹੈ ਤਾਂ ਸੁੱਤਾ ਹੋਇਆ। ਤੋ ਇੱਥੇ ਜਿਹੜੀ ਜਾਗ ਦਾ ਜ਼ਿਕਰ ਹੈ, ਸੰਤ ਕਿਰਪਾ ਤੇ ਅਨ ਦਿਨ ਜਾਗ, ਰਾਤ ਤੇ ਦਿਨ ਕੰਟੀਨਿਊ ਲਗਾਤਾਰ ਜਾਗ ਪੈਂਦਾ ਹੈ ਔਰ ਸਦਾ ਜਾਗ ਪੈਂਦਾ ਹੈ। ਚਲਦਿਆਂ ਫਿਰਦਿਆਂ ਵੀ ਇੱਕ ਚੇਤਾ ਰਹਿੰਦਾ ਕਿ ਮੈਂ ਆਤਮਾ ਹਾਂ, ਮੈਂ ਦੇਹ ਨਹੀਂ। ਸੁੱਤਿਆਂ ਪਿਆਂ ਵੀ ਯਾਦ ਹੈ ਉਹਨੂੰ, ਸੁਪਨੇ ਵਿੱਚ ਵੀ ਯਾਦ ਹੈ, ਸਾਖੀ ਭਾਵ ਹੈ, ਸੁਪਨਾ ਮੈਂ ਨਹੀਂ ਹਾਂ। ਸੁਸ਼ੁਪਤੀ ਵਿੱਚ ਵੀ ਯਾਦ ਹੈ ਵੀ ਗਹਿਰੀ ਨੀਂਦ ਮੈਂ ਨਹੀਂ ਹਾਂ। ਤੋ ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਕਹਿੰਦੇ ਜਦੋਂ ਪੂਰੇ ਹੀ ਭਾਗ ਉਦੇ ਹੋ ਜਾਣ ਤੇ ਇਹ ਸਿਮਰਨ ਤੇ ਸਿਮਰਨ ਦੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬਹੁਤ ਸਤਿਕਾਰਯੋਗ ਸਾਡੇ ਇਲਾਕੇ ਦੇ ਮਹਾਂਪੁਰਸ਼ ਸੰਤ ਬਾਬਾ ਰਜਿੰਦਰ ਸਿੰਘ ਜੀ ਇਸਰਾਣਾ ਸਾਹਿਬ ਵਾਲੇ ਆਏ ਨੇ, ਦਰਸ਼ਨ ਦਿੱਤੇ ਨੇ। ਜੀਓ ਆਇਆਂ ਨੂੰ, ਜੀਓ ਆਇਆਂ ਨੂੰ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਗੁਰੂ ਪਿਆਰੀ ਸਾਧ ਸੰਗਤ ਜੀ, ਵਡਭਾਗੇ ਹਾਂ ਆਪਾਂ ਸਾਰੇ, ਜਿੱਥੇ ਹੁਣੇ ਤੁਸੀਂ ਪਰਮ ਪੂਜਯ ਬਾਬਾ ਜੀ ਦੇ ਕੋਲੋਂ ਮਨੋਹਰ ਵਿਚਾਰ ਸਰਵਣ ਕਰ ਰਹੇ ਸੀ। ਉੱਥੇ ਗੁਰੂ ਪਾਤਸ਼ਾਹ ਦੇ ਬਚਨਾਂ ਮੁਤਾਬਕ ਮਾਘ ਮਜਨ ਸਿੰਘ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਨ, ਸਭਨਾਂ ਨੂੰ ਕਰ ਦਾਨ। ਆਪਣੇ ਹੋਰ ਵੀ ਭਾਗ ਜਾਗੇ ਕਿ ਜਿੱਥੇ ਸਵੇਰੇ ਜਥੇਦਾਰ ਸਾਹਿਬ ਭਾਈ ਸਿੰਘ ਸਾਹਿਬ ਜੋਗਿੰਦਰ ਸਿੰਘ ਜੀ ਵਦਾਂਤੀ ਜੀ ਦਰਸ਼ਨ ਦੀਦਾਰੇ ਦੇ ਕੇ ਗਏ। ਸੰਤ ਬਾਬਾ ਪਿਆਰਾ ਸਿੰਘ ਜੀ, ਦਰਸ਼ਨ ਸਿੰਘ ਜੀ ਬਾਠਾਂ ਵਾਲੇ, ਉਹਨਾਂ ਨੇ ਦਰਸ਼ਨ ਦਿੱਤੇ। ਉੱਥੇ ਹੁਣੀ ਕਿਰਪਾ ਕੀਤੀ ਸੰਤ ਬਾਬਾ ਰਜਿੰਦਰ ਸਿੰਘ ਜੀ ਇਸਰਾਣਾ ਸਾਹਿਬ ਵਾਲੇ, ਸੰਤ ਬਾਬਾ ਜਰਨੈਲ ਸਿੰਘ ਜੀ ਮਲਕਪੁਰ ਵਾਲੇ, ਉਹਨਾਂ ਨੇ ਵੀ ਦਰਸ਼ਨ ਕੀਤੇ ਦਿੱਤੇ। ਸੰਤ ਬਾਬਾ ਜੋਗਾ ਸਿੰਘ ਜੀ ਨਬੀਆਬਾਦ ਵਾਲੇ, ਉਹ ਵੀ ਦਰਸ਼ਨ ਦੀਦਾਰੇ ਦੇ ਰਹੇ ਹਨ। ਕਿੰਨੇ ਅੱਛੇ ਭਾਗ ਹਨ ਕਿ ਨਹੀਂ ਤਾਂ ਆਪਾਂ ਇੱਕ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਵਾਸਤੇ ਜਾਈਏ ਤੇ ਕਿੰਨਾ ਸਮਾਂ ਆਪਾਂ ਨੂੰ ਕੱਢਣਾ ਪੈਂਦਾ ਹੈ। ਜਿਸ ਮਹੀਨੇ ਦੀ ਮਹਾਨਤਾ ਗੁਰੂ ਪਾਤਸ਼ਾਹ ਨੇ ਆਪਣੇ ਬਚਨਾਂ ਦੇ ਵਿੱਚ ਕਹੀ, ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਉਦਮ ਕਰੇ ਧੂਰ ਸਾਧੂ ਕੀ ਤਾਈ। ਕਹਿੰਦੇ ਜਿਹੜੇ ਗੰਗਾ ਜਮਨਾ ਗੋਦਾਵਰੀ ਸਰਸਵਤੀ ਨਦੀਆਂ ਹਨ, ਕਹਿੰਦੇ ਇਹ ਵੀ ਉਦਮ ਕਰਦੀਆਂ ਹਨ। ਕਾਹਦੇ ਵਾਸਤੇ? ਕਿ ਸਾਨੂੰ ਸਾਧੂਆਂ ਦੇ, ਸੰਤਾਂ ਦੇ, ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਹੋ ਜਾਏ। ਸੋ ਆਪਾਂ ਵਡਭਾਗੇ ਹਾਂ
ਜੋ ਇੱਕੋ ਜਗ੍ਹਾ ਦੇ ਉੱਪਰ ਇੱਕੋ ਵਕਤ ਦੇ ਵਿੱਚ ਭਾਵੇਂ ਸਮੇਂ ਦੀ ਪ੍ਰਸਥਿਤੀ ਦੇ ਮੁਤਾਬਕ ਮਹਾਂਪੁਰਸ਼ ਬਾਬਾ ਜੀ ਦਾ ਪਤਾ ਲੈਣ ਆਏ ਹਨ, ਕਿਉਂਕਿ ਆਪ ਜੀ ਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ 'ਚ ਬਾਬਾ ਜੀ ਦੀ ਤਬੀਅਤ ਬਰਾਬਰ ਨਹੀਂ ਸੀ ਰਹੀ। ਉਹ ਵੀ ਹੁਕਮ ਦੇ ਵਿੱਚ ਠੀਕ ਕੀਤਾ ਪਰਮਾਤਮਾ ਨੇ, ਉਹ ਵੀ ਹੁਕਮ ਦੇ ਵਿੱਚ। ਪਰ ਜਿਵੇਂ ਆਪਣੀ ਰਿਸ਼ਤੇਦਾਰਾਂ ਦਾ ਭਾਈਚਾਰਾ ਹੁੰਦਾ ਹੈ, ਮਹਾਂਪੁਰਸ਼ਾਂ ਦਾ ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮ ਲਾਹਾ ਖਾਟਿਆ। ਅਗੰਤ ਭਰੇ ਭੰਡਾਰਾ ਦੇ ਬਚਨਾਂ ਮੁਤਾਬਕ ਮਹਾਂਪੁਰਸ਼ਾਂ ਨੇ ਦਰਸ਼ਨ ਦਿੱਤੇ। ਬੜੀ ਕਿਰਪਾ ਕੀਤੀ, ਬੜੀ ਕਿਰਪਾ ਕੀਤੀ। ਜਿੰਨੇ ਕਦਮ ਰੱਖੇ ਦਾਸਾਂ ਦੇ ਸਿਰ ਮੱਥੇ ਤੇ ਰੱਖੇ। ਇਸੇ ਤਰ੍ਹਾਂ ਹੀ ਮਹਾਂਪੁਰਸ਼ਾਂ ਦਾ ਪਿਆਰ ਬਾਬਾ ਜੀ ਦੇ ਨਾਲ, ਸੰਗਤਾਂ ਦੇ ਨਾਲ, ਅਸਥਾਨ ਦੇ ਨਾਲ ਬਣਿਆ ਰਹੇ। ਇਹੀ ਅਰਦਾਸ ਬੇਨਤੀ ਹੈ ਪਰਮਾਤਮਾ ਦੇ ਅੱਗੇ। ਦੁਬਾਰਾ ਫਿਰ ਸੰਗਤਾਂ ਦੀ ਤਰਫੋਂ, ਬਾਬਾ ਜੀ ਦੀ ਤਰਫੋਂ ਮਹਾਂਪੁਰਸ਼ਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।